सेवा सफल उनानी होवे जेड़े चित लाके कर दे। सेवा सफल उनानी होवे जेड़े चित लाके कर दे। सेवा सफल उनानी होवे जेड़े चित लाके कर दे। सफल उनादी होवे जेड़े चित लाके कर दे। सेवा सफल उनादी होवे जेड़े चित लाके कर दे। सेवा सफल उनादी होवे जेड़े चित लाके कर दे। सेवा सफल उनादी होवे जेड़े चित लाके कर दे। सेवा सफल उनादी होवे जेड़े चित लाके कर दे। सेवा सफल उनादी होवे जेड़े चित लाके कर दे। सफल उनादी होवे जेड़े चित लाके कर दे। सेवा सफल उनादी होवे जेड़े चित लाके कर दे। सतगुर की सेवा सफल है जे को करे चित लाए। मन चिंदिया बल पावना मैं बिचों जाए। जुगो जुग अटल चबर तख्त दे मालक गुरगद्दी ते विराजमान प्रतੱਖ सतगुरु सारी ही दुनिया दे सांझे रहबर दसां पातशाहियां दे आत्मिक ਸਰੂਪ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਜੁੜ ਬੈਠਣ ਦਾ ਸਮਾਂ ਪ੍ਰਾਪਤ ਹੋਇਆ। ਆਓ ਜਿੰਨਾ ਸਮਾਂ ਸਤਿਗੁਰੂ ਜੀ ਬਖਸ਼ਦੇ ਨੇ ਪਿਆਰ ਸਤਿਕਾਰ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਬੈਠਣ ਦਾ ਲਾਹਾ ਪ੍ਰਾਪਤ ਕਰੀਏ। ਜਿੰਨੀ ਸੰਗਤ ਗੁਰੂ ਚਰਨਾਂ 'ਚ ਬੈਠੀ ਹੈ ਪਿਆਰ ਦਾ ਸਬੂਤ ਦਿਓ। ਗੱਜ ਵੱਜ ਕੇ ਗੁਰਫਤਿਹ ਸਾਂਝੀ ਕਰੋ ਤਾਂ ਜੋ ਸਾਡੀ ਤੇ ਤੁਹਾਡੀ ਹਾਜ਼ਰੀ ਗੁਰੂ ਚਰਨਾਂ 'ਚ ਲੱਗ ਸਕੇ। ਬੜੇ ਅਦਬ ਦੇ ਨਾਲ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹੋਏ ਰਸਨਾ ਪਵਿੱਤਰ ਕਰੋ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਸਮਾਂ ਬਖਸ਼ਿਆ ਹੈ ਸੇਵਾ ਦਾ। ਸਮੂਹ ਅਫਸਰ ਅਤੇ ਮੁਲਾਜ਼ਮ ਸੈਕਸ਼ਨ ਸ਼੍ਰੀ ਚਮਕੌਰ ਸਾਹਿਬ ਵੱਲੋਂ ਸਾਰੇ ਹੀ ਸਟਾਫ ਵੱਲੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਸਰਾ ਲੈਂਦਿਆਂ ਹੋਇਆਂ ਓਟ ਲੈਂਦਿਆਂ ਹੋਇਆਂ ਇਹ ਸਾਰਾ ਹੀ ਸਮਾਗਮ ਉਲੀਕਿਆ ਗਿਆ ਹੈ। ਪਰਸੋਂ ਤੋਂ ਲੈ ਕਰਕੇ ਪਾਠੀ ਸਿੰਘਾਂ ਪਾਸੋਂ ਆਪਾਂ ਸਾਰਿਆਂ ਨੇ ਗੁਰਬਾਣੀ ਦਾ ਲਾਹਾ ਲਿਆ। ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ ਦੀ ਸਮੁੱਚੀ ਬਾਣੀ ਬੜੇ ਪਿਆਰ ਦੇ ਵਿੱਚ ਗ੍ਰੰਥੀ ਸਿੰਘਾਂ ਪਾਸੋਂ ਆਪ ਨੇ ਸਰਵਣ ਕੀਤੀ ਹੈ। ਕੁਝ ਸਮਾਂ ਗੁਰੂ ਚਰਨਾਂ ਦੇ ਵਿੱਚ ਕਥਾ ਕੀਰਤਨ ਵਿਚਾਰਾਂ ਦੁਆਰਾ ਹਾਜ਼ਰੀ ਭਰਨ ਦਾ ਪ੍ਰਾਪਤ ਹੋਇਆ ਹੈ। ਆਓ ਆਪਾਂ ਸਾਰੇ ਆਪਣੇ ਸਮੇਂ ਨੂੰ ਸਫਲ ਕਰੀਏ। ਵੱਡੇ ਸਾਹਿਬਜ਼ਾਦੇ ਗੁਰੂ ਕਲਗੀਧਰ ਜੀ ਦੇ ਫਰਜ਼ੰਦ ਔਰ ਚਮਕੌਰ ਸਾਹਿਬ ਜੀ ਦੇ ਸਮੂਹ ਸ਼ਹੀਦ ਸਿੰਘਾਂ ਨੂੰ ਇਹ ਸਮਰਪਿਤ ਜਿਹੜਾ ਸਾਰਾ ਸਮਾਗਮ ਇਹ ਕੀਤਾ ਗਿਆ ਹੈ। ਸਰਬ ਸਾਂਝਾ ਸ਼੍ਰੀ ਅਖੰਡ ਪਾਠ ਸਾਹਿਬ ਹੋਇਆ ਜਿਹਦੇ ਤਹਿਤ ਆਪਾਂ ਗੁਰੂ ਚਰਨਾਂ 'ਚ ਹਾਜ਼ਰੀ ਭਰ ਰਹੇ ਹਾਂ। ਆਪਾਂ ਨੇ ਸ਼ਬਦ ਪੜਿਆ ਹੈ, ਸਤਿਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ।
ਚਿਤ ਲਾਏ। ਸਤਿਗੁਰੂ ਜੀ ਕਹਿੰਦੇ ਨੇ ਭਾਈ ਸੇਵਾ ਜਿਹੜੀ ਗੁਰੂ ਜੀ ਦੀ ਹੈ ਉਹ ਸਫਲ ਹੋ ਜਾਂਦੀ ਹੈ ਜੇਕਰ ਅਸੀਂ ਚਿਤ ਲਾ ਕੇ ਮਨ ਕਰਕੇ ਕਰੀਏ। ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ ਮਹਾਰਾਜ ਜੀ ਸੇਵਾ ਚਿਤ ਲਾ ਕੇ ਹੀ ਹੁੰਦੀ ਹੈ। ਸਤਿਗੁਰੂ ਕਹਿੰਦੇ ਦੋ ਤਰ੍ਹਾਂ ਸੇਵਾ ਕੀਤੀ ਜਾਂਦੀ ਹੈ। ਜੇ ਕੋ ਕਰੇ ਚਿਤ ਲਾਏ, ਇੱਕ ਕੁਐਸਚਨ ਚਿੰਨ੍ਹ ਹੈ। ਜੇ ਕੋ ਕਰੇ ਚਿਤ ਲਾਏ, ਇਸ ਪੰਕਤੀ ਨੂੰ ਸਮਝਣਾ ਪਵੇਗਾ। ਸੇਵਾ ਤਾਂ ਸਾਰੇ ਕਰਦੇ ਨੇ ਗੁਰੂ ਦੇ ਦਰਬਾਰ ਦੀ, ਗੁਰੂ ਦੀ, ਪਰ ਸਤਿਗੁਰੂ ਜੀ ਨੇ ਕੰਡੀਸ਼ਨ ਰੱਖੀ ਹੈ, ਜੇ ਕੋ ਕਰੇ ਚਿਤ ਲਾਏ। ਸੱਚੇ ਪਾਤਸ਼ਾਹ ਜੀ ਸੇਵਾ ਕਰਨ ਦੇ ਵੀ ਢੰਗ ਵੱਖਰੇ ਵੱਖਰੇ ਨੇ। ਸਤਿਗੁਰੂ ਕਹਿੰਦੇ ਗੁਰਸਿੱਖੋ ਸੇਵਾ ਕਰਨ ਦੇ ਵੀ ਢੰਗ ਵੱਖਰੇ ਨੇ। ਸ਼ਰਤ ਰੱਖੀ ਹੈ, ਕੰਡੀਸ਼ਨ ਰੱਖੀ ਹੈ, ਜੇ ਕੋ ਕਰੇ ਚਿਤ ਲਾਏ। ਇੱਥੇ ਸਵਾਲ ਪੈਦਾ ਹੋ ਜਾਂਦਾ ਹੈ ਕਿ ਸੇਵਾ ਦੀਆਂ ਕਿਸਮਾਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ। ਸ਼੍ਰੀ ਆਸਾ ਜੀ ਦੀ ਬਾਤ, ਉਹ ਜੋ ਗੁਰੂ ਸਾਹਿਬ ਜੀ ਨੇ ਇੱਕ ਬਚਨ ਕੀਤਾ ਹੈ। ਸਾਹਿਬ ਕਹਿੰਦੇ ਨੇ ਸੇਵਾ, ਸਤਿਗੁਰੂ ਕਹਿੰਦੇ ਚਾਕਰ ਲੱਗੈ ਚਾਕਰੀ ਨਾਲੇ ਗਾਰ ਵਿਵਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਇੱਕ ਤਾਂ ਇਹੋ ਜਿਹੇ ਵੀ ਹੈ ਜਿਹੜੇ ਚਾਕਰ ਲੱਗੈ ਚਾਕਰੀ, ਚਾਕਰ ਕਹਿੰਦੇ ਨੇ ਭਾਈ ਨੌਕਰ ਨੂੰ, ਸੇਵਾਦਾਰ ਨੂੰ ਕਹਿ ਲੋ, ਨੌਕਰ ਨੂੰ ਕਹਿ ਲੋ। ਚਾਕਰ ਲੱਗੈ ਚਾਕਰੀ, ਚਾਕਰ ਨੌਕਰ ਚਾਕਰੀ 'ਚ ਲੱਗਿਆ ਹੋਇਆ ਹੈ। ਨਾਲੇ ਗਰਵ ਬਾਦ, ਗਰਵ ਕਹਿੰਦੇ ਨੇ ਮਾਣ ਨੂੰ, ਹੰਕਾਰ ਨੂੰ। ਨਾਲੇ ਗਰਵ ਬਾਦ, ਬਾਦ ਕਹਿੰਦੇ ਝਗੜੇ ਨੂੰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਇੱਕ ਤਾਂ ਸੇਵਕ ਨੌਕਰ ਸੇਵਾ ਕਰ ਰਿਹਾ, ਚਾਕਰੀ ਕਰ ਰਿਹਾ, ਪਰ ਉਹ ਸੇਵਾ ਤਾਂ ਕਰ ਰਿਹਾ, ਚਾਕਰੀ ਤਾਂ ਕਰ ਰਿਹਾ, ਨਾਲੇ ਤਾਂ ਉਹਦੇ ਅੰਦਰ ਗਰਵ ਹੈ, ਭਾਵ ਹੰਕਾਰ ਹੈ, ਮਾਣ ਹੈ ਆਪਣੇ ਆਪ ਤੇ ਨਾਲੇ ਝਗੜਾਲੂ ਹੈ, ਝਗੜਾ ਕਰਦਾ ਸਾਰਿਆਂ ਨਾਲ, ਸਾਰਿਆਂ ਨਾਲ ਝਗੜਾ ਕਰਦਾ। ਨਾਲੇ ਗਾਰ ਵਿਵਾਦ। ਫਿਰ ਅਗਲਾ ਬਚਨ ਕੀਤਾ ਗੱਲਾਂ ਕਰੇ ਘਨੇਰੀਆਂ, ਘਨੇਰੀਆਂ ਤੋਂ ਭਾਵ ਬਹੁਤ ਜ਼ਿਆਦਾ। ਕਹਿੰਦੇ ਬਹੁਤ ਗੱਲਾਂ ਕਰਦਾ, ਕਰਦਾ ਕੁਛ ਨਹੀਂ, ਕਰਦਾ ਕੁਛ ਨਹੀਂ, ਪਰ ਗੱਲਾਂ ਜ਼ਿਆਦਾ ਕਰਦਾ। ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਕਹਿੰਦੇ ਮਾਲਕ ਦੀ ਖੁਸ਼ੀ ਨਹੀਂ ਲੈ ਸਕਦਾ। ਖਸਮ ਕਹਿੰਦੇ ਮਾਲਕ, ਪਰਮੇਸ਼ਰ ਕਹਿ ਲੋ, ਗੁਰੂ ਕਹਿ ਲੋ, ਜਿਹਦੀ ਚਾਕਰੀ ਕਰਨੀ, ਸੇਵਾ ਕਰਨੀ ਆਪਾਂ ਨੇ। ਮਾਣ ਕਰਦਾ, ਹੰਕਾਰ ਕਰਦਾ, ਝਗੜਾ ਕਰਦਾ, ਗੱਲਾਂ ਬਹੁਤੀਆਂ ਕਰਦਾ, ਪਰ ਚਾਕਰੀ ਜ਼ਰੂਰ ਕਰਦਾ। ਚਾਕਰੀ ਕਰਦਾ, ਨਾਲ ਮਾਣ ਹੈ, ਨਾਲ ਝਗੜਾ ਹੈ ਤੇ ਨਾਲ ਗੱਲਾਂ ਨੇ। ਇੱਕ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਹ ਸੇਵਾ ਹੈ ਭਾਈ, ਤੇ ਸਤਿਗੁਰੂ ਕਹਿੰਦੇ ਖਸਮ ਨਾ ਪਾਏ ਸਾਧ। ਉਹ ਮਾਲਕ ਦੀ, ਪਰਮੇਸ਼ਰ ਦੀ, ਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਨਹੀਂ ਕਰ ਸਕਦਾ। ਕਿਉਂ? ਸੇਵਾ ਤਾਂ ਕਰਦਾ, ਪਰ ਜਿਹੜੇ ਉਹਦੇ ਉਹ ਔਗਣ ਨੇ, ਜਿਹੜੀਆਂ ਉਹਦੀਆਂ ਤਰੁੱਟੀਆਂ ਨੇ, ਜੋ ਉਹਦੀਆਂ ਖਾਮੀਆਂ ਨੇ, ਉਹ ਉਹਦੀ ਸੇਵਾ ਨੂੰ ਪ੍ਰਵਾਨਗੀ ਨਹੀਂ ਦੇ ਰਹੀਆਂ, ਸਿਰੇ ਨਹੀਂ ਚੜਾ ਰਹੀਆਂ। ਸੱਚੇ ਪਾਤਸ਼ਾਹ ਜੀ ਦੀ ਦੂਜੀ ਸੇਵਾ ਤੇ ਸਤਿਗੁਰੂ ਅੱਗੇ ਕਹਿੰਦੇ ਨੇ ਆਪ ਗਵਾਏ ਸੇਵਾ ਕਰੇ, ਆਪ ਗਵਾਏ ਸੇਵਾ ਕਰੇ ਤਾ ਕਿਛ ਪਾਏ ਮਾਨ। ਕਹਿੰਦੇ ਨੇ ਜਿਹੜਾ ਆਪਣਾ ਆਪਾ ਗਵਾ ਕੇ, ਆਪਣਾ ਆਪ ਗੁਰੂ ਨੂੰ, ਪਰਮੇਸ਼ਰ ਨੂੰ, ਵਾਹਿਗੁਰੂ ਨੂੰ ਸਮਰਪਿਤ ਕਰਕੇ ਆਪ ਗਵਾਏ ਤੋਂ ਭਾਵ ਆਪਣਾ ਹੰਕਾਰ ਭਾਵ ਨੂੰ ਦੂਰ ਨਾ ਕਰਕੇ, ਆਪਣਾ ਮਾਨ ਕੱਢ ਕੇ ਜਿਹੜਾ ਗੁਰੂ ਦੀ ਸੇਵਾ ਵਿੱਚ ਲੱਗਦਾ ਹੈ, ਆਪ ਗਵਾਏ ਸੇਵਾ ਕਰੇ। ਆਪ ਗਵਾ ਕੇ, ਆਪਣਾ ਹੰਕਾਰ ਭਾਵ ਛੱਡ ਕੇ, ਆਪਣਾ ਮਾਨ ਛੱਡ ਕੇ ਜਿਹੜਾ ਸੇਵਾ ਕਰਦਾ ਹੈ, ਸਤਿਗੁਰੂ ਕਹਿੰਦੇ ਤਾ ਕਿਛ ਪਾਏ ਮਾਨ।
ਕਹਿੰਦੇ ਤਾਂ ਉਹ ਮਾਣ ਪ੍ਰਾਪਤ ਕਰ ਸਕਦਾ ਹੈ, ਇੱਜ਼ਤ ਪ੍ਰਾਪਤ ਕਰ ਸਕਦਾ ਹੈ, ਵਡਿਆਈ ਪ੍ਰਾਪਤ ਕਰ ਸਕਦਾ ਹੈ। ਤੇ ਜਿਨ੍ਹਾਂ ਨੇ ਵੀ ਗੁਰੂ ਦੇ ਦਰਬਾਰ ਦੇ ਵਿੱਚ ਸਮਰਪਿਤ ਹੋ ਕੇ ਸਾਧ ਸੰਗਤ ਜੀ ਸੇਵਾ ਕੀਤੀ ਹੈ ਤੇ ਉਹਨਾਂ ਨੇ ਗੁਰੂ ਦੇ ਦਰਬਾਰ ਦੇ ਵਿੱਚੋਂ ਵਡਿਆਈ ਪ੍ਰਾਪਤ ਕੀਤੀ, ਸੋਭਾ ਪ੍ਰਾਪਤ ਕੀਤੀ ਹੈ। ਜਿਨ੍ਹਾਂ ਸਿੰਘਾਂ ਦੀ ਯਾਦ ਦੇ ਵਿੱਚ ਆਪਾਂ ਜੁੜੇ ਆ ਨਾ, ਜਿਹੜੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਉਹਨੀ ਸਨ, ਉਹ ਤਾਂ ਸਾਧ ਸੰਗਤ ਜੀ ਗੁਰੂ ਕਲਗੀਧਰ ਜੀ ਦੇ ਫਰਜ਼ੰਦ ਹੈ ਹੀ ਸਨ। ਗੁਰੂ ਸਾਹਿਬ ਜੀ ਦੇ ਨਕਸ਼ੇ ਕਦਮਾਂ ਤੇ ਉਹਨਾਂ ਨੇ ਤਾਂ ਚੱਲਣਾ ਹੀ ਸੀ। ਪਰ ਜਿਹੜਾ ਨਾਲ ਕੱਚੀ ਗੜੀ ਦੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਵੀ ਇਹ ਸਮਾਗਮ ਕੀਤਾ ਜਾ ਰਿਹਾ ਹੈ। ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ ਔਰ ਬਾਬਾ ਜੁਝਾਰ ਸਿੰਘ, ਉਹਨਾਂ ਨੂੰ ਛੱਡ ਕੇ ਜਿਹੜੇ ਬਾਕੀ ਸੀ ਨਾ, ਜਿਹੜੇ 40 ਦੀ ਗਿਣਤੀ ਦੇ ਵਿੱਚ ਆਉਂਦੇ ਸਨ, ਉਹ ਸਾਧ ਸੰਗਤ ਜੀ ਇਸ ਗੱਲ ਦੇ ਧਾਰਨੀ ਸੀ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਅੱਜ ਉਹਨਾਂ ਨੂੰ ਮਾਣ ਮਿਲ ਰਿਹਾ, ਵਡਿਆਈ ਮਿਲ ਰਹੀ ਹੈ। ਥਾਂ ਪਰ ਥਾਂ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਵੀ ਆਹ ਕਲਗੀਧਰ ਜੀ ਦੇ ਪਿਆਰ ਵਾਲੇ ਗੁਰੂ ਕੇ ਸਿੰਘ ਸਾਧ ਸੰਗਤ ਜੀ, ਜਿਨ੍ਹਾਂ ਨੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ, ਚਮਕੌਰ ਦੀ ਜੰਗ ਦੇ ਵਿੱਚ ਜੂਝ ਕੇ। ਉਹਨਾਂ ਦੇ ਅੰਦਰ ਕੀ ਸੀ? ਉਹਨਾਂ ਨੇ ਕਲਗੀਧਰ ਜੀ ਨੂੰ ਆਪਣਾ ਆਪਾ ਸਮਰਪਿਤ ਕੀਤਾ ਹੋਇਆ ਸੀ। ਸਮਰਪਿਤ ਭਾਵ ਵੀ ਸੱਚੇ ਪਾਤਸ਼ਾਹ ਜੀ ਅਸੀਂ ਤੇਰੇ ਹਾਂ, ਸੱਚੇ ਪਾਤਸ਼ਾਹ ਜੀ ਅਸੀਂ ਤੇਰੇ ਹੀ ਬਣ ਕੇ ਰਹਿਣਾ। ਜਦੋਂ ਇਹ ਦੋ ਗੱਲਾਂ ਸਾਡੇ ਅੰਦਰ ਆਉਣਗੀਆਂ ਵੀ ਸੱਚੇ ਪਾਤਸ਼ਾਹ ਤੇਰੇ ਹਾਂ, ਤੇਰੇ ਹੀ ਬਣ ਕੇ ਰਹਿਣਾ, ਉੱਥੇ ਅਸੀਂ ਸਮਰਪਿਤ ਹੋ ਜਾਵਾਂਗੇ। ਜਦੋਂ ਅਸੀਂ ਕਿਸੇ ਨੂੰ ਸਮਰਪਿਤ ਹੋ ਜਾਂਦੇ ਆ, ਫਿਰ ਉਹਦਾ ਹਰ ਇੱਕ ਹੁਕਮ ਸਾਡੇ ਸਿਰ ਮੱਥੇ ਹੁੰਦਾ ਹੈ। ਉਹ ਭਾਵੇਂ ਸਾਨੂੰ ਕਿਤੇ ਵੀ, ਸਾਨੂੰ ਭਾਵੇਂ ਆਪਣੀ ਜਾਨ ਦੀ ਬਾਜੀ ਕਿਉਂ ਨਾ ਲਗਾਣੀ ਪੈ ਜਾਏ, ਉਹਦੇ ਪਿੱਛੇ ਜਿਹਨੂੰ ਅਸੀਂ ਸਮਰਪਿਤ ਹੋ ਜਾਂਦੇ ਆ ਅਸੀਂ ਲਾਵਾਂਗੇ। ਕਿਉਂ ਜੀ? ਅਸੀਂ ਆਪਣਾ ਆਪਾ ਉਸ ਨੂੰ ਸਮਰਪਿਤ ਕਰ ਦਿੱਤਾ, ਅਸੀਂ ਆਪਣਾ ਆਪਾ ਉਹਨੂੰ ਦੇ ਦਿੱਤਾ। ਤੇ ਬੜੀ ਔਖੀ ਗੱਲ ਹੈ ਕਿਸੇ ਨੂੰ ਆਪਣਾ ਆਪਾ ਸਮਰਪਿਤ ਕਰਨਾ। ਕਹਿ ਤਾਂ ਦਿੰਦੇ ਆਪਾਂ ਸਾਰੇ, ਮੈਂ ਵੀ, ਮੇਰੇ ਵਰਗਾ ਵੀ ਕਹਿ ਦਿੰਦਾ ਹਾਂ ਵੀ ਮੈਂ ਗੁਰੂ ਨੂੰ ਸਮਰਪਿਤ ਹਾਂ। ਪਰ ਗੁਰੂ ਨੂੰ ਸਮਰਪਿਤ ਹੋਣਾ ਇਕੱਲੇ ਲਫ਼ਜ਼ਾਂ ਵਿੱਚ ਨਹੀਂ ਹੁੰਦਾ। ਗੁਰੂ ਨੂੰ ਸਮਰਪਿਤ ਹੋਣਾ, ਗੁਰੂ ਨੂੰ ਸਮਰਪਿਤ ਹੋਣ ਦੀਆਂ ਨਿਸ਼ਾਨੀਆਂ ਨੇ। ਜਿਹੜਾ ਗੁਰੂ ਨੂੰ ਸਮਰਪਿਤ ਹੋ ਕੇ ਸਾਧ ਸੰਗਤ ਜੀ ਗੁਰੂ ਦੀ ਸੇਵਾ ਕਰਦਾ ਹੈ, ਉਹਦੀਆਂ ਨਿਸ਼ਾਨੀਆਂ ਹੀ ਵੱਖਰੀਆਂ ਹਨ। ਉਹ ਇਹ ਨਹੀਂ ਵੇਖਦਾ ਵੀ ਮੈਨੂੰ ਦੁਨੀਆ ਵੇਖੇਗੀ, ਉਹ ਇਹ ਨਹੀਂ ਵੇਖਦਾ ਵੀ ਲੋਕ ਮੇਰੀ ਵਡਿਆਈ ਕਰਨਗੇ। ਇਸ ਤਰ੍ਹਾਂ ਦਾ ਉਹਦੇ ਅੰਦਰ ਕੁਝ ਨਹੀਂ ਹੁੰਦਾ। ਉਹਨੇ ਤਾਂ ਇੱਕ ਗੁਰੂ ਨੂੰ, ਗੁਰੂ ਦੇ ਉਪਦੇਸ਼ ਨੂੰ ਸਮਰਪਿਤ ਹੋ ਕੇ ਜਿਉਣਾ ਹੁੰਦਾ ਹੈ। ਤੇ ਗੁਰੂ ਅਮਰਦਾਸ ਜੀ ਦਾ ਉੱਪਰ ਬਚਨ ਰੋਜ਼ ਪੜ੍ਹਦੇ ਸੁਣਦੇ ਆ, ਤਾਨ ਮਨ ਧਨ ਸਭ ਸੌਪ ਗੁਰੂ ਕੋ। ਵੀ ਤਨ ਮਨ ਧਨ ਗੁਰੂ ਨੂੰ ਸਮਰਪਿਤ ਕਰਕੇ, ਵੀ ਇਹ ਤਨ ਵੀ ਗੁਰੂ ਨੂੰ ਸਮਰਪਿਤ ਰੱਖਣਾ। ਸੱਚੇ ਪਾਤਸ਼ਾਹ, ਜੇਕਰ ਤੁਹਾਡੇ ਵਾਸਤੇ ਮੇਰੇ ਤਨ ਦੀ ਲੋੜ ਪਈ ਤੇ ਮੈਂ ਇਸ ਤਨ ਨੂੰ ਹਾਜ਼ਰ ਹੈ, ਮੇਰਾ ਤਨ ਹਾਜ਼ਰ ਹੈ। ਹਰ ਵੇਲੇ ਤੁਹਾਡੀ ਸੇਵਾ ਵਿੱਚ, ਖਿਦਮਤ ਵਿੱਚ ਮੇਰਾ ਜਿਹੜਾ ਸਾਰਾ ਸਰੀਰ ਹਾਜ਼ਰ ਹੈ। ਜਦੋਂ ਮਰਜ਼ੀ ਵਰਤ ਲਓ। ਆਪਾਂ ਕਈ ਵਾਰ ਕਹਿ ਦਿੰਦੇ ਆ, ਪਿਆਰ ਵਾਲੇ ਨੂੰ ਕਹਿ ਦਿੰਦੇ ਆ ਆਪਾਂ ਵੀ, ਤੂੰ ਯਾਦ ਤਾਂ ਕਰ ਮੈਨੂੰ, ਤੇਰੇ ਵਾਸਤੇ ਜਾਨ ਵੀ ਹਾਜ਼ਰ ਹੈ, ਤੇਰੇ ਵਾਸਤੇ ਮੈਂ ਖੜਾ ਹਾਂ। ਇੱਕ ਸਾਧ ਸੰਗਤ ਜੀ ਵਾਅਦਾ ਹੈ, ਇੱਕ ਵਾਅਦਾ ਹੈ ਵੀ ਤੂੰ, ਤੇਰੇ ਵਾਸਤੇ ਮੈਂ ਖੜਾ ਹਾਂ। ਸਿੱਖ ਆਪਣਾ ਤਨ ਗੁਰੂ ਦਾ ਤਨ ਸਮਝਦਾ ਹੈ ਵੀ ਇਹ ਤਨ ਗੁਰੂ ਦਾ ਹੈ। ਜਦੋਂ ਲੋੜ ਪਏਗੀ ਗੁਰੂ ਵਾਸਤੇ ਮੈਂ ਤਨ ਨੂੰ ਲਾਵਾਂਗਾ। ਲਾਉਂਦੇ ਨੇ ਪਿਆਰ ਵਾਲੇ, ਜਿਵੇਂ ਸਾਰੇ ਸਟਾਫ ਨੇ 3 ਦਿਨਾਂ ਤੋਂ ਸੇਵਾ ਕੀਤੀ ਹੈ, ਤਨ ਮਨ ਨਾਲ ਧਨ ਦੇ ਨਾਲ ਸੇਵਾ ਕੀਤੀ ਹੈ।
ਲਾਇਆ ਹੈ ਆਪਣਾ ਤਨ, ਮਨ ਵੀ ਲਾਇਆ ਹੈ। ਤਨ ਮਨ ਧਨ, ਧਨ ਭਾਵ ਆਪਣੀ ਸੰਪत्ति ਗੁਰੂ ਦੀ ਸੰਪत्ति ਸਮਝਣੀ। ਹਾਲਾਂਕਿ ਗੁਰੂ ਮੁਹਤਾਜ ਨਹੀਂ ਹੈ ਸਾਡੇ ਪਦਾਰਥਾਂ ਦਾ, ਸਾਡੀ ਮਾਇਆ ਦਾ। ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਪਰ ਸਿੱਖ ਦੇ ਅੰਦਰ ਇਹ ਭਾਵਨਾ ਹੈ, ਸਿੱਖ ਦੇ ਅੰਦਰ ਇਹ ਸ਼ਰਧਾ ਹੈ ਵੀ ਮੇਰਾ ਤਨ, ਮੇਰਾ ਮਨ ਔਰ ਮੇਰਾ ਜੋ ਧਨ ਹੈ ਉਹ ਗੁਰੂ ਦਾ ਹੈ, ਕਿਉਂਕਿ ਗੁਰੂ ਨੇ ਦਿੱਤਾ ਹੋਇਆ ਹੈ। ਜਦੋਂ ਕੋਈ ਸਮਾਂ ਬਣੇਗਾ ਮੈਂ ਤਨ ਮਨ ਔਰ ਧਨ ਗੁਰੂ ਨੂੰ ਸਮਰਪਿਤ ਕਰਾਂਗਾ। ਤੇ ਗੁਰੂ ਕਾ ਸਿੱਖ ਕਰਦਾ ਵੀ ਹੈ, ਗੁਰੂ ਕਾ ਸਿੱਖ ਕਰਦਾ ਵੀ ਹੈ। ਤਨ ਮਨ ਧਨ ਗੁਰੂ ਨੂੰ ਅਰਪਣ ਰੱਖਦਾ ਹੈ। ਕਿਸ ਵੇਲੇ ਗੁਰੂ ਨੂੰ ਸਮਰਪਿਤ ਕਰਨ ਦੀ ਲੋੜ ਪਈ, ਤਨ ਮਨ ਧਨ ਮੈਂ ਗੁਰੂ ਨੂੰ ਅਰਪਣ ਕਰ ਦਿਆਂਗਾ। ਤੇ ਅਗਲਾ ਬਚਨ ਸਾਧ ਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤਾ ਹੈ, ਗੁਰੂ ਕਾ ਸਿੱਖ ਕੱਲਾ ਤਨ ਮਨ ਧਨ ਗੁਰੂ ਨੂੰ ਅਰਪਣ ਹੀ ਨਹੀਂ ਕਰਦਾ, ਇਹ ਸਾਰਾ ਕੁਝ ਦੇ ਕੇ ਗੁਰੂ ਕਾ ਸਿੱਖ ਹੁਕਮ ਮੰਨੇ ਪਾਈਏ ਵਾਲੀ ਅਵਸਥਾ ਵੀ ਧਾਰਨੀ ਕਰਦਾ। ਦੇ ਦੇਣਾ ਸਾਧ ਸੰਗਤ ਜੀ, ਗੁਰੂ ਨੂੰ ਅਰਪਣ ਕਰ ਦੇਣਾ ਬਹੁਤ ਵੱਡੀ ਗੱਲ ਨਹੀਂ। ਸਾਰਾ ਕੁਝ ਗੁਰੂ ਨੂੰ ਅਰਪਣ ਕਰਕੇ ਗੁਰੂ ਦੇ ਹੁਕਮ ਵਿੱਚ ਚੱਲਣਾ ਵੱਡੀ ਗੱਲ ਹੈ। ਆਖੋ ਸਤਨਾਮ ਸ੍ਰੀ। ਗੁਰੂ ਸਿੱਖਾਂ ਨੇ ਕਰਕੇ ਵਿਖਾਇਆ ਵੀ ਸਾਰਾ ਕੁਝ ਗੁਰੂ ਨੂੰ ਅਰਪਣ ਕਰਕੇ ਵੀ ਗੁਰੂ ਕੇ ਸਿੱਖ ਗੁਰੂ ਦਾ ਹੁਕਮ ਮੰਨ ਰਹੇ ਨੇ। ਜਦੋਂ ਆਨੰਦਪੁਰ ਸਾਹਿਬ ਤੋਂ ਤੁਰੇ ਨਾ ਸਾਧ ਸੰਗਤ ਜੀ, ਤੁਹਾਨੂੰ ਇਤਿਹਾਸ ਸਾਰਿਆਂ ਨੂੰ ਪਤਾ ਹੈ। ਅੱਜ ਕੱਲ ਸਾਰਿਆਂ ਨੂੰ ਇਤਿਹਾਸ ਬਿਹਤਰ ਪਤਾ ਹੈ। ਇਤਿਹਾਸ ਦੇ ਵਿੱਚੋਂ ਆਪਾਂ ਤੱਥ ਲੈਣੇ ਹੁੰਦੇ ਨੇ, ਸਿਧਾਂਤ ਲੈਣਾ ਹੈ, ਪੁਆਇੰਟ ਇਕੱਠੇ ਕਰਨੇ ਨੇ ਇਤਿਹਾਸ ਚੋਂ। ਇਤਿਹਾਸ ਤਾਂ ਆਪਾਂ ਬਹੁਤ ਸੁਣਦੇ ਵੀ ਆ, ਸੁਣਾਉਂਦੇ ਵੀ ਬਹੁਤ ਨੇ ਸਾਰਾ, ਪਰ ਇਤਿਹਾਸ ਦੇ ਵਿੱਚੋਂ ਕੀ ਤੱਤ ਕੱਢਣੇ ਨੇ, ਸਿਧਾਂਤ ਲੈਣਾ ਹੈ। ਤਨ ਮਨ ਧਨ ਗੁਰੂ ਨੂੰ ਅਰਪਣ ਕਰਕੇ ਗੁਰੂ ਦੇ ਹੁਕਮ ਨੂੰ ਵੀ ਮੰਨਣਾ ਵੱਡੀ ਗੱਲ ਹੈ। ਤਨ ਕਰਕੇ ਸੇਵਾ ਕਰ ਲਾਂਗੇ ਅਸੀਂ, ਮਨ ਕਰਕੇ ਸੇਵਾ ਅਸੀਂ ਕਰ ਲਾਂਗੇ, ਧਨ ਕਰਕੇ ਗੁਰੂ ਨੂੰ ਆਪਾਂ ਗੁਰੂ ਦੀ ਸੇਵਾ ਕਰ ਲਵਾਂਗੇ, ਤਨ ਮਨ ਧਨ ਦੇ ਨਾਲ ਕਰ ਲਵਾਂਗੇ। ਪਰ ਸਾਧ ਸੰਗਤ ਜੀ ਜੋ ਅਗਲੀ ਗੱਲ ਹੈ, ਹੁਕਮ ਮੰਨੇ ਪਾਈਏ, ਇੰਨਾ ਕੁਛ ਕਰਕੇ ਵੀ ਹੁਕਮ ਮੰਨਣਾ ਉਹ ਵਿਰਲਿਆਂ ਦੇ ਹਿੱਸੇ ਆਇਆ। ਤੇ ਸਾਰਿਆਂ ਨੂੰ ਪਤਾ ਵੀ ਜਦੋਂ ਆਨੰਦਪੁਰ ਸਾਹਿਬ ਦੀ ਧੁਰਵਾਨਗੀ ਹੁੰਦੀ ਹੈ, ਸਤਿਗੁਰੂ ਜੀ ਛੱਡਦੇ ਨੇ, ਕਿਤਨਾ ਸਾਧ ਸੰਗਤ ਜੀ ਰਾਹ ਦੇ ਵਿੱਚ ਔਖਾ ਸਮਾਂ ਹੈ, ਭੀੜ ਦਾ ਸਮਾਂ ਹੈ, ਕਠਿਨਾਈ ਹੈ। ਜਦੋਂ ਇਸ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਉਤਾਰਾ ਕੀਤਾ ਨਾ ਕਲਗੀਧਰ ਜੀ ਦੇ ਸਿੰਘਾਂ ਸਮੇਤ, ਉੱਥੇ ਕਿਹੜੇ ਬਿਸਤਰ ਲੱਗੇ ਸਨ। ਸਿਆਲ ਦਾ ਤਾਂ ਮਹੀਨਾ ਹੈ ਹੀ ਸੀ, ਬਿਸਤਰ ਥੋੜਾ ਲੱਗੇ ਸਨ ਉੱਥੇ। ਉਹ ਤਾਂ ਕੱਚੀ ਗੜੀ, ਕੋਈ ਖਾਸ ਪੁਖਤਾ ਪ੍ਰਬੰਧ ਨਹੀਂ ਸਨ। ਅੱਜ ਕਿਸੇ ਨੇ ਆਉਣਾ ਹੋਏ ਤੇ ਪ੍ਰਬੰਧ ਕੀਤੇ ਜਾ ਸਕਦੇ ਨੇ, ਕਰਦੇ ਹਾਂ ਆਪਾਂ ਸਾਰੇ। ਪਰ ਉਹ ਤਾਂ ਵਿਪਦਾ ਦਾ ਸਮਾਂ ਸੀ, ਕਠਿਨਾਈ ਦਾ ਸਮਾਂ ਸੀ। ਜਦੋਂ ਚਮਕੌਰ ਸਾਹਿਬ ਦੀ ਗੜੀ ਵਿੱਚ ਉਤਾਰਾ ਕੀਤਾ ਤੇ ਜੋ ਸਿੰਘਾਂ ਦੇ ਕੋਲ ਬਸਤਰ ਆਦਿਕ ਸੀ, ਜੋ ਵੀ ਸੀ, ਬਸ ਉਹਨਾਂ ਦਾ ਹੀ ਸਹਾਰਾ ਸੀ। ਉਸ ਤੋਂ ਬਗੈਰ ਹੋਰ ਕੁਝ ਐਸੇ ਪੁਖਤਾ ਪ੍ਰਬੰਧ ਨਹੀਂ ਸਨ ਕਿ ਉਹ ਸਿੰਘ ਕਿਸੇ ਖਾਸ ਤਰੀਕੇ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚ ਕੁਝ ਰਾਤ ਨੂੰ ਆਰਾਮ ਕਰ ਸਕਣ। ਪਰ ਸਿੰਘਾਂ ਨੇ ਤਨ ਮਨ ਧਨ ਗੁਰੂ ਨੂੰ ਸਮਰਪਿਤ ਕੀਤਾ ਹੋਇਆ ਹੈ। ਇਹੀ ਸਮਰਪਿਤ ਨਹੀਂ ਕੀਤਾ, ਗੁਰੂ ਕੇ ਸਿੱਖਾਂ ਨੇ ਹੁਕਮ ਮੰਨੇ ਪਾਈਏ ਵਾਲੀ ਤੁਕ ਵੀ ਆਪਣੇ ਜਿਹਨ ਦੇ ਵਿੱਚ ਵਸਾਈ ਹੋਈ ਹੈ। ਤੇ ਜੇ ਇਹ ਤੁਕ ਨਾ ਵਸੀ ਹੁੰਦੀ ਤੇ ਸਾਧ ਸੰਗਤ ਜੀ ਗੁਰੂ ਕੇ ਸਿੱਖ ਗੁਰੂ ਕਲਗੀਧਰ ਜੀ ਨੂੰ ਛੱਡ ਕੇ ਚਲੇ ਜਾਂਦੇ। ਜੋ ਹਾਲਾਤ ਸਨ, ਜੋ ਉਸ ਵੇਲੇ ਬਣੀ ਹੋਈ ਸੀ, ਸਥਿਤੀ ਬਣੀ ਹੋਈ ਸੀ,
ਗੁਰੂ ਕੇ ਸਿੱਖ ਛੱਡ ਕੇ ਚਲੇ ਜਾਂਦੇ, ਪਰ ਗੁਰੂ ਕੇ ਹੁਕਮ ਨੂੰ ਜ਼ਿਆਦਾ ਤਰਜੀਹ ਦਿੱਤੀ ਗੁਰੂ ਕੇ ਸਿੱਖਾਂ ਨੇ ਵੀ ਨਹੀਂ, ਅਸੀਂ ਤਨ ਮਨ ਧਨ ਗੁਰੂ ਨੂੰ ਅਰਪਣ ਹੀ ਨਹੀਂ ਕਰਨਾ, ਅਸੀਂ ਗੁਰੂ ਦੇ ਹੁਕਮ ਦੇ ਵਿੱਚ ਵੀ ਚੱਲਣਾ ਹੈ। ਕਿਉਂਕਿ ਸਾਧ ਸੰਗਤ ਜੀ, ਗੁਰੂ ਦਾ ਹੁਕਮ ਵੱਡਾ ਹੈ। ਆਖੋ ਸਤਨਾਮ ਸ਼੍ਰੀ। ਹੁਕਮੀ ਨਾਲੋਂ ਹੁਕਮ ਵੱਡਾ ਹੈ, ਨਾਮੀ ਨਾਲੋਂ ਨਾਮ ਵੱਡਾ ਹੈ। ਆਪਾਂ ਸਾਰੇ ਮਨੁੱਖਾ ਜਾਮੇ ਦੇ ਵਿੱਚ ਹਾਂ। ਕਿਸੇ ਨਾ ਕਿਸੇ ਗੱਲ ਕਰਕੇ ਸਾਡੀ ਸੰਸਾਰ ਦੇ ਵਿੱਚ ਸੋਭਾ ਹੈ। ਸਰੀਰ ਤਾਂ ਸਾਰਿਆਂ ਦੇ ਇੱਕੋ ਹੀ ਨੇ, ਉਹੀ ਸਰੀਰ, ਉਹੀ ਅੱਖਾਂ, ਸਾਰਾ ਕੁਝ ਉਹੀ ਹੈ। ਜੇਕਰ ਸਾਡੀ ਪਛਾਣ ਹੈ, ਸਾਡੇ ਸਰੀਰ ਕਰਕੇ ਸਾਡੀ ਕੋਈ ਪਛਾਣ ਨਹੀਂ ਹੈ। ਜੇਕਰ ਸਾਡੀ ਪਛਾਣ ਹੈ ਤੇ ਸਾਡੇ ਨਾਮ ਕਰਕੇ ਹੈ। ਪਰਮੇਸ਼ਰ ਤੋਂ ਵੱਡਾ ਪਰਮੇਸ਼ਰ ਦਾ ਨਾਮ ਹੈ, ਗੁਰੂ ਤੋਂ ਵੱਡਾ ਗੁਰੂ ਦਾ ਉਪਦੇਸ਼ ਹੈ। ਜੇਕਰ ਅਸੀਂ ਗੁਰੂ ਨੂੰ ਮੰਨਦੇ ਹਾਂ, ਉਹ ਤੋਂ ਵੱਡੀ ਗੱਲ ਗੁਰੂ ਦੀ ਮੰਨਣ ਦੀ ਹੈ ਵੀ ਅਸੀਂ ਗੁਰੂ ਦੀ ਕਿੰਨੀ ਕੁ ਮੰਨਦੇ ਹਾਂ। ਗੁਰੂ ਤੋਂ ਵੱਡਾ ਗੁਰੂ ਦਾ ਉਪਦੇਸ਼ ਹੈ। ਹੁਕਮੀ ਨਾਲੋਂ ਹੁਕਮ ਵੱਡਾ ਹੈ, ਹੁਕਮ ਕਰਨ ਵਾਲੇ ਨਾਲੋਂ ਉਹਦਾ ਹੁਕਮ ਵੱਡਾ ਹੈ। ਸਿੱਖਾਂ ਨੇ ਹੁਕਮ ਮੰਨਿਆ। ਰਜਾ, ਭਾਣਾ, ਇਹ ਸਾਰੇ ਮਿਲਦੇ ਜੁਲਦੇ ਸ਼ਬਦ ਨੇ ਸਾਰੇ। ਤੇ ਜਦੋਂ ਉਤਾਰਾ ਕੀਤਾ, ਜਿੱਥੇ ਜਗ੍ਹਾ ਮਿਲੀ, ਗੁਰੂ ਕੇ ਸਿੱਖ ਸਾਧ ਸੰਗਤ ਜੀ ਗੜੀ 'ਚ ਉਤਾਰਾ ਕਰਦੇ ਆ। ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਮੋਮ ਦਿਲ ਵੀ ਸਨ। ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਕੋਈ ਦਿਆਲੂ ਨਹੀਂ ਸੀ। ਪਤਾ ਹੈ ਗੁਰੂ ਕਲਗੀਧਰ ਜੀ ਨੂੰ ਮੇਰੇ ਪ੍ਰਾਣਾਂ ਤੋਂ ਪਿਆਰੇ ਸਿੱਖ ਪਹਿਲਾਂ ਭੁੱਖਾਂ ਕਟੀਆਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ। ਸਾਧ ਸੰਗਤ ਜੀ ਬਹੁਤਾਤ ਸਿੱਖ ਗ੍ਰਸਤੀ ਵੀ ਸਨ। ਅੱਜ ਅਸੀਂ ਕਹਿ ਦਿੰਦੇ ਅਸੀਂ ਗ੍ਰਸਤੀ ਹਾਂ ਜੀ, ਸਾਡੇ ਤੋਂ ਇੰਨਾ ਨਹੀਂ ਹੁੰਦਾ। ਇਹ ਆਮ ਗੱਲ ਹੈ ਸਾਡੀ ਵੀ ਅਸੀਂ ਤਾਂ ਜੀ ਬੱਚਿਆਂ ਵਾਲੇ ਹਾਂ, ਕੰਮਕਾਰ ਕਰਨ ਵਾਲੇ ਹਾਂ, ਘਰਾਂ 'ਚ ਰਹਿਣ ਵਾਲੇ ਹਾਂ, ਸਾਤੋਂ ਇੱਥਾ ਇੰਨਾ ਕਿੱਥੇ ਹੋਵੇਗਾ। ਪਰ ਖਿਆਲ ਕਰੀਏ, ਕਲਗੀਧਰ ਜੀ ਦੇ ਨਾਲ तमाम ਸਿੱਖ ਐਸੇ ਸਨ ਜਿਹੜੇ ਗ੍ਰਸਤੀ ਸਨ, ਜਿਨ੍ਹਾਂ ਦੇ ਪਰਿਵਾਰ ਸੀ, ਬੱਚੇ ਵੀ ਸੀ, ਪਰ ਸਮਰਪਿਤ ਹੋ ਕੇ ਚੱਲਣਾ। ਸਮਰਪਿਤ ਹੋਣ ਦਾ ਵਿਸ਼ਾ, ਗੁਰੂ ਦੀ ਖੁਸ਼ੀ ਲੈਣੀ, ਆਪਣੀ ਸੇਵਾ ਨੂੰ ਸਫਲ ਕਰਨਾ। ਕਿਹੜੇ ਢੰਗ ਨੇ, ਕਿਹੜੇ ਤਰੀਕੇ ਨੇ। ਗੁਰੂ ਨੂੰ ਤਾਂ ਖੁਸ਼ ਆਪਾਂ ਅਨੇਕਾਂ ਤਰੀਕਿਆਂ ਨਾਲ ਕਰਦੇ ਵੀ ਹਾਂ, ਕੋਸ਼ਿਸ਼ ਕਰਦੇ ਹਾਂ। ਹਰ ਇੱਕ ਸਿੱਖ ਦਾ ਇਹ ਮਨ ਦੇ ਵਿੱਚ ਕੋਸ਼ਿਸ਼ ਹੁੰਦੀ ਹਰ ਸਿੱਖ ਦੇ ਵੀ ਮੇਰੇ ਤੋਂ ਮੇਰਾ ਗੁਰੂ ਖੁਸ਼ ਹੋ ਜੇ, ਗੁਰੂ ਤਰੁੱਠ ਜਾਵੇ। ਆਪਾਂ ਇਸ ਭਾਵਨਾ ਨਾਲ ਹੀ ਸੇਵਾ ਕਰਦੇ ਹਾਂ। ਸਾਰਿਆਂ ਦੇ ਅੰਦਰ ਇਹੀ ਹੁੰਦਾ ਹੈ। ਪਰ ਮੇਨ ਗੱਲ ਜਿਹੜੀ ਹੈ ਸਾਧ ਸੰਗਤ ਜੀ, ਗੁਰੂ ਖੁਸ਼ ਹੋਣਾ ਤੇ ਹੋਣਾ ਕਿਵੇਂ, ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ। ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨੇ ਪਾਈਏ। ਵੀ ਜਦੋਂ ਇਹ ਚੀਜ਼ਾਂ ਗੁਰੂ ਨੂੰ ਅਰਪਣ ਕਰਕੇ ਹੁਕਮ ਦੇ ਵਿੱਚ ਚੱਲਦਾ ਹੈ, ਉੱਥੇ ਸਾਧ ਸੰਗਤ ਜੀ ਫਿਰ ਗੁਰੂ ਦੀ ਖੁਸ਼ੀ ਤੇ ਗੁਰੂ ਦੀ ਖੁਸ਼ੀ ਦੇ ਨਾਲ ਸੇਵਾ ਦੀ ਸਫਲਤਾ, ਸਾਰਾ ਰਿਜ਼ਲਟ ਉਹ ਜਿਹੜਾ ਸਾਨੂੰ ਮਿਲਣਾ ਹੈ। ਤੇ ਸਾਧ ਸੰਗਤ ਜੀ ਜਦੋਂ ਸਿੰਘ ਉਤਾਰਾ ਕੀਤਾ ਨਾ ਚਮਕੌਰ ਦੀ ਗੜੀ 'ਚ, ਹੁਣ ਕਲਗੀਧਰ ਜੀ ਇਹ ਸੋਚ ਰਹੇ, ਵਿਚਾਰ ਰਹੇ ਨੇ ਵੀ ਇਹ ਜਿਹੜੇ ਸਿੱਖ ਨੇ, ਇਹਨਾਂ ਨੇ ਔਖੇ ਭਾਰੇ ਸਮੇਂ ਦੇ ਵਿੱਚ ਮੇਰੇ ਨਾਲ ਖੜਨਾ ਕੀਤਾ ਹੈ। ਪਹਿਲਾਂ ਭੁੱਖਾਂ ਕੱਟੀਆਂ ਅਨੰਦਪੁਰ ਸਾਹਿਬ, ਫਿਰ ਅਨੰਦਪੁਰ ਸਾਹਿਬ ਛੱਡਣ ਲੱਗਿਆਂ ਨਾਲ ਤੁਰੇ। ਸਮਾਂ ਤਾਂ ਔਖਾ ਸੀ, ਆਪਾਂ ਇਤਿਹਾਸ ਸਾਰੇ ਪੜ੍ਹਦੇ ਸੁਣਦੇ ਹੀ ਆ। ਸਰਸਾ ਦਾ ਕੰਢਾ, ਉੱਥੋਂ ਅੱਗੇ ਚਮਕੌਰ ਸਾਹਿਬ ਪੁੱਜੇ ਨੇ। ਵੀ ਹੁਣ ਵੀ ਇਉਂ ਬੈਠੇ ਨੇ ਵੀ ਬਸ ਕਦੋਂ ਗੁਰੂ ਸਾਹਿਬ ਨੂੰ ਇਉਂ ਲੱਗਦਾ ਵੀ
ਸਿੱਖਾਂ ਦੇ ਅੰਦਰ ਇਹ ਹੈ ਵੀ ਗੁਰੂ ਕਲਗੀਧਰ ਜੀ ਜੋ ਹੁਕਮ ਕਰਨਗੇ ਅਸੀਂ ਆਪਣੇ ਸਿਰ ਮੱਥੇ ਤੇ ਕਬੂਲ ਕਰਾਂਗੇ। ਇਸ ਭਾਵਨਾ ਨਾਲ ਬੈਠੇ ਨੇ ਗੁਰੂ ਕੇ ਸਿੱਖ। ਤੇ ਕਲਗੀਧਰ ਜੀ ਨੂੰ ਇਹ ਵੀ ਹੈ ਵੀ ਕੱਲ ਨੂੰ ਜੰਗ ਦੇ ਮੈਦਾਨ 'ਚ, ਕਿਉਂਕਿ ਪਤਾ ਲੱਗ ਚੁੱਕਿਆ ਸੀ ਵੀ ਲੈ ਕੇ ਫੌਜ ਵਜ਼ੀਰ ਖਾਂ ਆ ਰਿਹਾ ਹੈ ਇੱਧਰ ਚਮਕੌਰ ਸਾਹਿਬ ਵੱਲ ਨੂੰ, ਪਤਾ ਲੱਗ ਚੁੱਕਾ ਸੀ ਕਲਗੀਧਰ ਜੀ ਵੀ ਫੌਜ ਦੀ ਤਾਦਾਦ ਵੀ ਇੰਨੀ ਹੈ, ਗਿਣਤੀ ਵੀ ਇੰਨੀ ਹੈ ਵੀ ਜਿਹੜੀ 10 ਲੱਖ ਦੇ ਕਰੀਬ ਹੈ। ਆਪਾਂ ਸੁਣਦੇ ਪੜ੍ਹਦੇ ਹਾਂ, ਘੱਟ ਵੱਧ ਵੀ ਹੋ ਸਕਦੇ ਹੈ। ਇਤਿਹਾਸਕ ਤੱਥਾਂ ਮੁਤਾਬਕ 10 ਲੱਖ ਦੀ ਗਿਣਤੀ ਦੱਸੀ ਹੈ। ਇੱਧਰ 40 ਕੁ ਸਿੰਘਾਂ ਦਾ ਦੱਸਿਆ ਵੀ 40 ਕੁ ਸਿੰਘ ਗੁਰੂ ਸਾਹਿਬ ਜੀ ਦੇ ਨਾਲ ਸਨ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵੇਖ ਰਹੇ ਨੇ ਸਤਿਗੁਰੂ ਜੀ ਨੂੰ ਇਹ ਹੈ ਵੀ ਇਹਨਾਂ ਨੇ ਸਵੇਰੇ ਜਾਣਾ ਹੈ, ਜੰਗ ਦੇ ਮੈਦਾਨ 'ਚ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰ ਜਾਣੀਆਂ ਨੇ, ਵੀ ਇੰਨਾ ਸਾਥ ਨਿਭਾਇਆ ਹੈ ਸਤਿਗੁਰੂ ਜੀ। ਇਹ ਸੀ ਸਤਿਗੁਰੂ ਨੂੰ ਵੀ ਜਿਹੜੀ ਇਹ ਰਾਤ ਹੈ ਨਾ, ਇਹ ਸਿੰਘ ਜਿੰਨੇ ਵੀ ਸਿੰਘ ਨੇ, ਆ ਜਿਹੜੀ ਇੱਕ ਰਾਤ ਰਹਿੰਦੀ ਹੈ ਵੀ ਸਤਿਗੁਰੂ ਜੀ ਨੇ ਇਉਂ ਲੱਗਿਆ ਵੀ ਮੇਰਾ ਫਰਜ਼ ਬਣਦਾ ਵੀ ਇਹਨਾਂ ਦੀ ਕੁਝ ਮੈਂ ਸੇਵਾ ਕਰ ਲਵਾਂ, ਵੀ ਕੱਲ ਨੂੰ ਦੇਸ਼ ਵਾਸਤੇ, ਕੌਮ ਵਾਸਤੇ, ਧਰਮ ਵਾਸਤੇ ਇਹਨਾਂ ਨੇ ਆਪਣਾ ਆਪਾ ਸਮਰਪਿਤ ਕਰਨਾ ਹੈ। ਕੱਲਾ ਸਿੱਖ ਦੇ ਅੰਦਰ ਹੀ ਨਹੀਂ ਹੈ ਇਹ ਵੀ ਮੈਂ ਗੁਰੂ ਜੀ ਦੀ ਸੇਵਾ ਕਰਨੀ ਹੈ। ਗੁਰੂ ਵੀ ਸਾਧ ਸੰਗਤ ਜੀ ਇਹ ਭਾਵਨਾ ਰੱਖਦਾ ਵੀ ਮੈਂ ਸਿੱਖ ਦੀ ਸੇਵਾ ਕਰਾਂ। ਆਖੋ ਸਤਨਾਮ ਸ਼੍ਰੀ। ਤਾਂ ਹੀ ਮੰਗਿਆ ਨਾ 1699 ਦੀ ਵਿਸਾਖੀ ਨੂੰ, ਪਹਿਲਾਂ ਪੰਜਾਂ ਨੂੰ ਆਪ ਛਕਾਇਆ, ਪੰਜਾਂ ਨੂੰ ਆਪ ਛਕਾਇਆ। ਤੇ ਜਦੋਂ ਤਿਆਰ ਹੋ ਗਏ ਨਾ ਪੰਜ, ਭਾਈ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ, ਪੰਜਾਂ ਦਾ ਜ਼ਿਕਰ ਆਉਂਦਾ ਹੈ ਪਿਆਰਿਆਂ ਦਾ। ਜਦੋਂ ਪੰਜ ਤਿਆਰ ਹੋ ਗਏ, ਅਥਾਰਟੀ ਮਿਲ ਗਈ ਉਹਨਾਂ ਨੂੰ ਵੀ ਅੱਗੇ ਇਹ ਸਜਾ ਸਕਦੇ ਨੇ। ਤੇ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਨਾਨਕ ਸਾਹਿਬ ਜੀ ਦੀ 10ਵੀਂ ਜੋਤ ਨੇ, ਪਾਵਰ ਹੈ, ਤਾਕਤ ਹੈ ਸਾਰੀ ਕੋਲ। ਪੰਜਾਂ ਨੂੰ ਸਜਾ ਕੇ ਕਹਿੰਦੇ ਨੇ ਹੱਥ ਜੋੜ ਕੇ, ਹੁਣ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਸਿੱਖ ਦੇ ਅੰਦਰ ਕਿੰਨੀ ਹੈਰਾਨੀ ਹੋਏ ਵੀ ਜਦੋਂ ਗੁਰੂ ਇਹ ਗੱਲ ਕਵੇ, ਬਣਾਉਣ ਵਾਲਾ ਕਿੰਨਾ ਸਮਰਪਿਤ ਭਾਵ ਹੈ ਗੁਰੂ ਕਲਗੀਧਰ ਜੀ ਦੇ ਜੀਵਨ 'ਚ, ਆਪਣੇ ਸਿੰਘਾਂ ਪ੍ਰਤੀ, ਸਿੱਖਾਂ ਪ੍ਰਤੀ। ਆਨੰਦਪੁਰ ਸਾਹਿਬ ਦਾ ਜੋ ਕਿਲਾ ਛੱਡਿਆ ਹੈ ਨਾ, ਆਨੰਦਪੁਰ ਸਾਹਿਬ ਜੋ ਛੱਡਿਆ, ਇਹ ਵੀ ਸਿੱਖਾਂ ਦੀ ਬਾਬਤੀ ਛੱਡਿਆ ਗੁਰੂ ਸਾਹਿਬ ਜੀ ਨੇ। ਉਹਨਾਂ ਦੀ ਖੁਸ਼ੀ ਖਾਤਰ ਮਹਾਰਾਜ ਜੀ ਨੇ ਇਹ ਸਾਰਾ ਕੁਝ ਕੀਤਾ, ਜੋ ਵੀ ਕੀਤਾ ਸਾਡੇ ਵਾਸਤੇ ਕੀਤਾ ਸਾਰਾ ਕੁਝ। ਹੱਥ ਜੋੜੇ, ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਜੇ ਸਿੱਖ ਸਾਧ ਸੰਗਤ ਜੀ ਸਮਰਪਿਤ ਭਾਵ ਰੱਖਣ ਜਾਣਦਾ ਤੇ ਗੁਰੂ ਵੀ ਸਿੱਖ ਨਾਲੋਂ ਘੱਟ ਨਹੀਂ ਹੈ। ਗੁਰੂ ਵੀ ਸਮਰਪਿਤ ਭਾਵ ਰੱਖਦਾ ਹੈ। ਹੱਥ ਜੋੜ ਕੇ ਖੰਡੇ ਦੀ ਪੌਲ ਮੰਗੀ ਕਲਗੀਧਰ ਜੀ ਨੇ, ਸੱਚੇ ਪਾਤਸ਼ਾਹ ਤੁਸੀਂ ਤਾਂ ਖੁਦ ਗੁਰੂ ਹੋ। ਤੇ ਕਲਗੀਧਰ ਜੀ ਕਹਿੰਦੇ ਨੇ ਭਾਈ ਦਇਆ ਸਿੰਘ ਉਹਨਾਂ ਨੂੰ, ਤੁਹਾਡੇ ਤੋਂ ਬਗੈਰ ਮੈਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਨਹੀਂ ਬਣ ਸਕਦਾ ਹੁਣ। ਫਿਰ ਪੰਜਾਂ ਤੋਂ ਆਪ ਛਕਿਆ, ਫਿਰ ਗੁਰੂ ਗੋਬਿੰਦ ਸਿੰਘ ਜੀ ਬਣੇ ਗੋਬਿੰਦ ਰਾਏ ਤੋਂ। ਅੱਜ ਵੀ ਸਾਧ ਸੰਗਤ ਜੀ ਗੁਰੂ ਕਲਗੀਧਰ ਜੀ ਦੇ ਅੰਦਰ ਇਹੀ ਹੈ ਵੀ ਕੁਝ ਸੇਵਾ ਕਰ ਲਈਏ ਇਹਨਾਂ ਪਿਆਰਿਆਂ ਦੀ, ਇਹਨਾਂ ਸਿੰਘਾਂ ਦੀ, ਜਿਹੜਿਆਂ ਨੇ ਕੱਲ ਨੂੰ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰਨੀ ਹੈ। ਉਧਰ ਸਿੰਘ ਬੈਠੇ, ਜੋ ਸਾਧ ਸੰਗਤ ਜੀ ਕੱਪੜੇ ਲੀੜੇ ਸਨ ਸਿੰਘਾਂ ਦੇ ਅੰਦਰ, ਇਹ ਆ ਵੀ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਵਾਸਤੇ ਸੋਹਣਾ ਬਿਸਤਰ ਸਜਾਈਏ ਬਣਾ ਕੇ ਵੀ ਮਹਾਰਾਜ ਆਰਾਮ ਕਰਨ। ਸਿੱਖ ਚਾਹੁੰਦੇ ਨੇ ਕਲਗੀਧਰ ਜੀ ਆਰਾਮ ਕਰਨ, ਤੇ ਕਲਗੀਧਰ ਜੀ ਕਹਿੰਦੇ, ਸੋਚ ਰਹੇ ਨੇ ਕਿ ਸਿੱਖ ਆਰਾਮ ਕਰਨ। ਦੇਖੋ ਗੁਰੂ ਤੇ ਚੇਲੇ ਦੀ
ਗੁਰੂ ਤੇ ਸਿੱਖ ਦੀ ਖੇਡ ਕੀ ਹੈ। ਭਾਈ ਗੁਰਦਾਸ ਜੀ ਦਾ ਇੱਕ ਫਰਮਾਨ ਆਪਾਂ ਪੜ੍ਹਦੇ ਸੁਣਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਜੇਕਰ ਗੁਰੂ ਕਾ ਸਿੱਖ ਭਾਵਨਾ ਨਾਲ, ਸ਼ਰਧਾ ਨਾਲ, ਪਿਆਰ ਨਾਲ ਇੱਕ ਕਦਮ ਵੀ ਗੁਰੂ ਵੱਲ ਨੂੰ ਪੁੱਟਦਾ ਹੈ, ਸੋਚ ਕਰਕੇ, ਵਿਚਾਰਾਂ ਕਰਕੇ, ਉਵੇਂ ਤਾਂ ਆਪਾਂ ਸਾਰੇ ਹੀ ਆਉਂਦੇ ਹਾਂ ਪੈਰਾਂ ਨਾਲ ਚੱਲ ਕੇ, ਉਵੇਂ ਪੈਰਾਂ ਨਾਲ ਚੱਲ ਕੇ ਆਪਾਂ ਗੁਰੂ ਘਰ 2 ਟਾਈਮ ਵੀ ਜਾਂਦੇ ਆ, ਪਰ ਅੰਦਰ ਕਰਕੇ, ਭਾਵਨਾ ਕਰਕੇ, ਸ਼ਰਧਾ ਕਰਕੇ, ਪਿਆਰ ਕਰਕੇ, ਮਨ ਕਰਕੇ, ਜੇਕਰ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਗੁਰੂ ਕਾ ਸਿੱਖ ਇੱਕ ਕਦਮ ਵੀ ਸ਼ਰਧਾ ਦਾ, ਭਾਵਨਾ ਦਾ, ਪਿਆਰ ਦਾ ਗੁਰੂ ਵੱਲ ਨੂੰ ਪੁੱਟੇ ਤੇ ਗੁਰੂ ਪਤਾ ਕਿਹੋ ਜਿਹਾ ਹੈ। ਤੇ ਕਹਿੰਦੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਈ ਲੀਤ ਹੈ। ਕੋਟ ਕਹਿੰਦੇ ਕਰੋੜ ਨੂੰ। ਗੁਰੂ ਦੀ ਇੰਨੀ ਤੀਬਰ ਇੱਛਾ ਹੈ ਕਿ ਸਿੱਖ ਭਾਵਨਾ ਦਾ, ਸ਼ਰਧਾ ਦਾ, ਪਿਆਰ ਦਾ ਇੱਕ ਕਦਮ ਪੁੱਟਦਾ ਗੁਰੂ ਵੱਲ ਨੂੰ, ਤੇ ਗੁਰੂ ਅੱਗੇ ਕਰੋੜਾਂ ਕਦਮ ਅੱਗੇ ਹੋ ਕੇ ਗੁਰੂ ਕੇ ਸਿੱਖ ਨੂੰ ਨਿਵਾਜਣ ਵਾਸਤੇ ਤਿਆਰ ਹੈ। ਆਖੋ ਸਤਨਾਮ ਸ਼੍ਰੀ। ਇਉਂ ਪੜ੍ਹ ਲਓ ਧਾਰਨਾ ਰੂਪ ਦੇ ਵਿੱਚ। ਸਤਿਗੁਰ ਕੋਟ ਪੈਂਡਾ ਅੱਗੋਂ ਲੈਣ ਆਉਂਦੇ ਨੇ, ਸਿੱਖ ਦਾ ਪ੍ਰੇਮ ਵੇਖ ਕੇ। ਸਤਿਗੁਰ ਕੋਟ ਪੈਂਡਾ ਅੱਗੋਂ ਲੈਣ ਆਉਂਦੇ ਨੇ, ਸਿੱਖ ਦਾ ਪ੍ਰੇਮ ਵੇਖ ਕੇ। ਕੋਟ ਪੈਂਡਾ ਅੱਗੇ ਲੈਣ ਆਉਂਦੇ ਨੇ, ਸਿੱਖ ਦਾ ਪ੍ਰੇਮ ਵੇਖ ਕੇ। ਸਤਿਗੁਰ ਕੋਟ ਪੈਂਡਾ ਅੱਗੇ ਲੈਣ ਆਉਂਦੇ ਨੇ, ਸਿੱਖ ਦਾ ਪ੍ਰੇਮ ਵੇਖ ਕੇ। ਅੱਗੋਂ ਲੈਣ ਆਉਂਦੇ ਨੇ, ਸਿੱਖ ਦਾ ਪ੍ਰੇਮ ਵੇਖ ਕੇ। ਸਤਿਗੁਰ ਕੋਟ ਪੈਂਡਾ ਅੱਗੋਂ ਲੈਣ ਆਉਂਦੇ ਨੇ, ਸਿੱਖ ਦਾ ਪ੍ਰੇਮ ਵੇਖ ਕੇ। ਪਿਆਰੇ ਜੀ 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 ਸਿੱਖ ਦਾ ਪ੍ਰੇਮ ਦੇਖ ਕੇ। ਪਿਆਰੇ ਜੀ ਸਿੱਖ ਦਾ ਪ੍ਰੇਮ ਮੇਰੇ ਪਿਆਰੇ ਸਿੱਖ ਦਾ ਪ੍ਰੇਮ ਦੇਖ ਕੇ। ਸਤਿਗੁਰ ਕੋਟ ਪੈਂਡਾ ਅੱਗੋਂ ਲੈਣ ਆਉਂਦੇ ਨੇ, ਸਿੱਖ ਦਾ ਪ੍ਰੇਮ ਵੇਖ ਕੇ। ਸਤਿਗੁਰ ਕੋਟ ਪੈਂਡਾ ਅੱਗੋਂ ਲੈਣ ਆਉਂਦੇ ਨੇ ਜੀ, ਸਿੱਖ ਦਾ ਪ੍ਰੇਮ ਵੇਖ ਕੇ। ਸਤਿਗੁਰ ਕੋਟ ਪੈਂਡਾ ਅੱਗੋਂ ਲੈਣ ਆਉਂਦੇ ਨੇ, ਸਿੱਖ ਦਾ ਪ੍ਰੇਮ ਵੇਖ ਕੇ। ਸਤਿਗੁਰ ਕੋਟ ਪੈਂਡਾ ਅੱਗੋਂ ਲੈਣ ਆਉਂਦੇ ਨੇ, ਸਿੱਖ ਦਾ ਪ੍ਰੇਮ ਵੇਖ ਕੇ। ਸਤਿਗੁਰ ਕੋਟ ਪੈਂਡਾ ਆਗੇ ਹੋਈ ਲੇਤ ਹੈ। ਗੁਰੂ ਦਾ ਪ੍ਰੇਮ ਕਿੱਡਾ ਵੱਡਾ ਹੈ। ਗੁਰੂ ਦਾ ਸਾਧ ਸੰਗਤ ਜੀ ਅੰਦਰ ਦੀ ਖਿੱਚ ਕਿੱਡੀ ਵੱਡੀ ਹੈ ਕਿ ਸਿੱਖ ਇੱਕ ਕਦਮ ਪੁੱਟੇ ਤੇ ਗੁਰੂ ਕਰੋੜਾਂ ਕਦਮ ਪੁੱਟੇ। ਇਹ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਜਿਨ੍ਹਾਂ ਨੂੰ ਗੁਰਬਾਣੀ ਦੇ ਵੇਦ ਵਿਆਸ, ਗੁਰੂ ਨਾਨਕ ਦੇ ਘਰ ਦੇ ਵੇਦ ਵਿਆਸ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਕਲਮ ਚੁੱਕੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੁਕਮ ਦੇ ਵਿੱਚ। ਤੇ ਜਿਹੜੀ ਬਾਣੀ ਆਪਾਂ ਸੁਣਦੇ ਪੜ੍ਹਦੇ ਆ ਤੇ ਭਾਈ ਗੁਰਦਾਸ ਜੀ ਨੇ ਪਵਿੱਤਰ ਹਸਤ ਕਮਲਾਂ ਦੇ ਨਾਲ ਆਪ ਲਿਖੀ ਹੈ। ਗੁਰੂ ਘਰ ਦੇ ਵਿਦਵਾਨ ਸਿੱਖੋ, ਤੁਸੀਂ ਇੱਕ ਕਦਮ ਸ਼ਰਧਾ ਦਾ, ਭਾਵਨਾ ਦਾ, ਪ੍ਰੇਮ ਦਾ ਪੁੱਟੋ ਤਾਂ ਸਹੀ ਗੁਰੂ ਵੱਲ ਨੂੰ। ਕਰੋੜਾਂ ਕਦਮ ਗੁਰੂ ਤੁਹਾਨੂੰ ਨਿਵਾਜਣ ਵਾਸਤੇ ਖਲੋਤਾ ਹੈ। ਅੱਜ ਸਿੱਖਾਂ ਨੇ, ਗੁਰੂ ਕੇ ਸਿੰਘਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਸੋਚਿਆ ਵੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸਾਡੇ ਵਾਸਤੇ ਇੰਨਾ ਕੁਝ ਕਰ ਰਹੇ ਨੇ,
ਕੁਝ ਬਿਸਤਰ ਤਿਆਰ ਕਰੀਏ, ਕਲਗੀਧਰ ਮਹਾਰਾਜ ਆਰਾਮ ਕਰਨ। ਇਧਰ ਕਲਗੀਧਰ ਜੀ ਸੋਚ ਰਹੇ ਨੇ, ਇਹ ਪਿਆਰ ਵਾਲੇ ਸਿੱਖ ਮੇਰੇ ਨਾਲ ਤੁਰੇ ਨੇ ਆਨੰਦਪੁਰ ਤੋਂ, ਕੱਲ ਨੂੰ ਜੰਗ ਦੇ ਮੈਦਾਨ 'ਚ ਜੂਝ ਕੇ ਸ਼ਹੀਦੀ ਪ੍ਰਾਪਤ ਕਰ ਲੈਣੀ ਹੈ, ਕਿਉਂ ਨਾ ਰਾਤ ਨੂੰ ਇਹਨਾਂ ਦੀ ਸੇਵਾ ਕੀਤੀ ਜਾਵੇ। ਥੱਕੇ ਨੇ, ਟੁੱਟੇ ਨੇ। ਤੇ ਜਦੋਂ ਸਿੰਘ ਸਾਧ ਸੰਗਤ ਜੀ ਉਹ ਤਿਆਰੀ ਕਰਨ ਲੱਗੇ ਤੇ ਕਲਗੀਧਰ ਜੀ ਪੁੱਛਦੇ ਆ ਸਿੰਘਾਂ ਨੂੰ, ਸਿੰਘੋ ਕੀ ਕਰ ਰਹੇ ਹੋ? ਮਹਾਰਾਜ ਜੀ ਤੁਹਾਡੇ ਵਾਸਤੇ ਬਿਸਤਰ ਤਿਆਰ ਕਰ ਰਹੇ ਮਹਾਰਾਜ ਜੀ, ਤੁਸੀਂ ਆਰਾਮ ਕਰੋ। ਆਪ ਜੀ ਨੇ ਸਾਡੇ ਵਾਸਤੇ ਇੰਨਾ ਕੁਝ ਕੀਤਾ ਹੈ। ਤੇ ਅੱਗੇ ਗੁਰੂ ਸਾਧ ਸੰਗਤ ਜੀ ਜਿਹੜਾ ਆਪਣੇ ਸਮਰਪਿਤ ਸਿੱਖ ਨੂੰ ਵੀ ਸਮਰਪਿਤ ਹੈ। ਕਲਗੀਧਰ ਜੀ ਕਹਿੰਦੇ, ਸਿੰਘੋ ਅੱਜ ਤੁਸੀਂ ਆਰਾਮ ਕਰੋ। ਕਿਉਂ? ਤੁਸੀਂ ਆਨੰਦਪੁਰ ਤੋਂ ਤੁਰ ਕੇ ਮੇਰੇ ਨਾਲ ਭੀੜਾਂ ਦੇ ਵਿੱਚ ਔਖੇ ਸਮੇਂ ਮੇਰਾ ਸਾਥ ਦਿੱਤਾ ਹੈ, ਤੁਸੀਂ ਵੀ ਥੱਕੇ ਹੋ। ਸਿੰਘਾਂ ਨੂੰ ਕਲਗੀਧਰ ਜੀ ਕਹਿੰਦੇ, ਅੱਜ ਤੁਸੀਂ ਆਰਾਮ ਕਰੋ। ਮੈਂ ਵੇਖਣਾ ਚਾਹੁੰਦਾ, ਮੇਰੀ ਇੱਛਾ ਹੈ ਕਿ ਅੱਜ ਤੁਸੀਂ ਆਰਾਮ ਕਰੋ। ਤੇ ਜਦੋਂ ਰਾਤ ਨੂੰ ਸਿੰਘ ਆਰਾਮ ਕਰ ਰਹੇ ਨੇ, ਮੈਂ ਪਹਿਲਾਂ ਵਿਚਾਰ ਕਰ ਚੁੱਕਿਆ ਹਾਂ ਕਿ ਕੋਈ ਪੁਖਤਾ ਪ੍ਰਬੰਧ ਨਹੀਂ ਸਨ ਉੱਥੇ ਸੌਣ ਦੇ, ਆਰਾਮ ਕਰਨ ਦੇ। ਐਵੇਂ ਭੁੰਜੇ ਗੁਰੂ ਕੇ ਸਿੱਖਾਂ ਨੇ, ਗੁਰੂ ਕੇ ਲਾਲਾ ਨੇ ਆਸਣ ਲਾਏ। ਕਹਿੰਦੇ ਕੰਧਾਂ ਦੇ ਨਾਲ ਢੋ ਲਾਈ ਹੈ, ਕਿਸੇ ਨੇ ਕਾਠੀਆਂ, ਘੋੜੇ ਦੀਆਂ ਕਾਠੀਆਂ ਦੇ ਨਾਲ ਢੋ ਲਾਈ ਹੈ। ਤੇ ਜਦੋਂ ਸਿੰਘ ਆਰਾਮ ਕਰਦੇ ਨੇ ਨਾ ਰਾਤ ਨੂੰ, ਤੇ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਵਰਗਾ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਕੋਈ ਗੁਰੂ ਨਹੀਂ ਹੋਇਆ, ਸਤਿਗੁਰੂ ਮਹਾਰਾਜ ਆਪ ਗੁਰੂ ਕੇ ਸਿੰਘਾਂ ਦੀ ਰਾਤ ਨੂੰ ਆਪ ਆਰਾਮ ਕਰਦੇ, ਸਿੰਘਾਂ ਦੀ ਸਤਿਗੁਰੂ ਜੀ ਆਪ ਸੇਵਾ ਕਰਦੇ ਆ। ਕਿਸੇ ਦੇ ਚਰਨ ਘੁੱਟਦੇ ਆ, ਕਿਸੇ ਦੀਆਂ ਲੱਤਾਂ ਘੁੱਟਦੇ, ਕਿਸੇ ਦੀ ਦਸਤਾਰ ਸਤਿਗੁਰੂ ਜੀ ਸਹੀ ਕਰ ਰਹੇ ਨੇ, ਕਿਸੇ ਦਾ ਚਿਹਰਾ ਪੂੰਝ ਰਹੇ ਨੇ। ਅੱਜ ਮਾਂ ਵਾਲਾ ਪਿਆਰ ਦੇ ਰਹੇ, ਆਖੋ ਸਤਨਾਮ ਸ਼੍ਰੀ। ਇਹ ਸਿੱਖ ਦੇ ਗੁਰੂ ਦਾ ਬਿਰਦ ਹੈ, ਪਿਆਰ ਹੈ। ਕਿਉਂ ਕਰ ਰਹੇ? ਕਿਉਂਕਿ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੂੰ ਪਤਾ ਸੀ ਵੀ ਇਹਨਾਂ ਨੇ ਮੇਰੇ ਵਾਸਤੇ ਜਾਨਾਂ ਨਿਸ਼ਾਵਰ ਕਰਨੀਆਂ ਨੇ। ਇਹ ਉਹ ਸਿੱਖ ਨੇ ਜਿਹੜੇ ਤਨ ਮਨ ਧਨ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ ਵਾਲੀ ਅਵਸਥਾ ਰੱਖਦੇ ਨੇ। ਤੇ ਆਪਾਂ ਵਿਚਾਰ ਕੀਤੀ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਭਾਈ ਗੁਰੂ ਦੀ ਸੇਵਾ ਸਫਲ ਹੈ ਜੇਕਰ ਚਿਤ ਲਾ ਕੇ ਕੀਤੀ ਜਾਵੇ, ਮਨ ਕਰਕੇ ਕੀਤੀ ਜਾਵੇ। ਸੱਚੇ ਪਾਤਸ਼ਾਹ ਜੀ ਫਲ ਕੀ ਮਿਲੇਗਾ? ਚਿਤ ਲਾ ਕੇ ਗੁਰੂ ਦੀ ਸੇਵਾ ਕਰਨ ਦਾ ਫਲ ਕੀ ਹੈ? ਸਤਿਗੁਰੂ ਕਹਿੰਦੇ ਮਨ ਚਿੰਦਿਆ ਫਲ ਪਾਵਣਾ। ਮਨ ਚਿੰਦਿਆ ਫਲ ਪਾ, ਉਹ ਫਲ ਮਿਲੇਗਾ ਜਿਹੜੇ ਤੇਰੇ ਮਨ ਦੀ ਇੱਛਾ ਹੋਏਗੀ। ਕਿਤੇ ਕਰਕੇ ਤਾਂ ਵੇਖੀਏ ਆਪਾਂ, ਜਦੋਂ ਵੀ ਆਪਾਂ ਮਨ ਕਰਕੇ ਗੁਰੂ ਦੀ ਸੇਵਾ ਚਿੱਤ ਕਰਕੇ ਕੀਤੀ ਹੈ ਨਾ, ਸਾਧ ਸੰਗਤ ਜੀ ਸਾਨੂੰ ਗੁਰੂ ਨੇ ਬੇਅੰਤ ਫਲਾਂ ਨਾਲ ਨਿਵਾਜਿਆ ਹੈ। ਕੋਈ ਕਹਿ ਦੇ ਵੀ ਮੈਨੂੰ ਨਹੀਂ ਮਿਲਿਆ ਕੁਛ, ਕੋਈ ਬਾਹ ਖੜੀ ਕਰਕੇ ਇਹ ਗੱਲ ਕਹਿ ਨਹੀਂ ਸਕਦਾ ਵੀ ਮੈਂ ਗੁਰੂ ਦੀ ਸੇਵਾ ਕੀਤੀ ਤੇ ਮੈਨੂੰ ਮਿਲਿਆ ਕੁਛ ਨਹੀਂ। ਜਿਹੜਾ ਕਹਿੰਦਾ ਹੈ ਉਹ ਗੁਰੂ ਦਾ ਸਿੱਖ ਹੀ ਨਹੀਂ। ਆਖੋ ਸਤਨਾਮ ਸ਼੍ਰੀ। ਗੁਰੂ ਨੇ ਇਹ ਗੱਲ ਆਣੀ ਨਹੀਂ ਦਿੱਤੀ ਕਿ ਗੁਰੂ ਦੀ ਸੇਵਾ ਕੋਈ ਕਰੇ ਤੇ ਸਾਧ ਸੰਗਤ ਜੀ ਉਹਨੂੰ ਕੁਛ ਮਿਲਿਆ ਨਾ ਹੋਵੇ। ਸਤਿਗੁਰੂ ਜੀ ਤਾਂ ਇੱਥੇ ਤੱਕ ਕਹਿੰਦੇ ਇੱਕ ਤਿਲ ਨਹੀਂ ਭੰਨੈ ਘਾਲੇ। ਗੁਰੂ ਤਾਂ ਤਿਲ ਜਿੰਨਾ ਵੀ ਨਹੀਂ ਰੱਖਦਾ। ਤਿਲ ਜਿੰਨੀ ਵੀ ਕੋਈ ਕਰ ਲਵੇ, ਸਤਿਗੁਰੂ ਉਹਦਾ ਵੀ ਫਲ ਸਿੱਖ ਦੀ ਝੋਲੀ ਚ ਪਾ ਦਿੰਦਾ। ਤੇ ਸਤਿਗੁਰੂ ਕਹਿੰਦੇ ਮਨ ਚਿੰਦਿਆ ਫਲ ਪਾਵਣਾ। ਮਨ ਭਾਉਂਦੇ ਫਲ ਗੁਰੂ ਕੇ ਸਿੱਖ ਦੀ ਝੋਲੀ ਚ ਪੈਣਗੇ। ਜਿਨ੍ਹਾਂ ਸੁੱਖਾਂ ਦੀ ਖਾਤਰ ਇਹ ਭੱਜਿਆ ਫਿਰਦਾ, ਇਹਦੇ ਬੂਹੇ ਦੇ ਅੱਗੇ ਸਤਿਗੁਰੂ ਜੀ ਕਹਿੰਦੇ ਰੁਲਦੇ ਫਿਰਨਗੇ ਇਹ ਸੁੱਖ, ਗੁਰੂ ਦੀ ਸੇਵਾ ਕਰਕੇ, ਮਨ ਕਰਕੇ। ਤੇ ਵੱਡਾ ਬਚਨ ਕੀਤਾ ਗੁਰੂ ਸਾਹਿਬ ਜੀ ਨੇ, ਮਨ ਚਿੰਦਿਆ ਫਲ ਪਾਵਣਾ। ਅਗਲਾ ਵਚਨ ਕੀਤਾ ਹਉਮੈ ਵਿੱਚ ਹੋ ਜਾਏ।
ਕਹਿੰਦੇ ਗੁਰੂ ਦੀ ਪਿਆਰ ਨਾਲ ਸੇਵਾ ਕਰਨ ਨਾਲ ਸਿੱਖ ਦੇ ਅੰਦਰੋਂ ਹਉਮੈ ਖਤਮ ਹੁੰਦੀ ਹੈ। ਤੇ ਜਿਹੜੇ ਸਿੱਖ ਦੇ ਅੰਦਰ ਹਉਮੈ ਖਤਮ ਹੋ ਗਈ ਤੇ ਸਮਝ ਲਓ ਗੁਰੂ ਕੋਲੋਂ ਉਹਨੇ ਸਾਰਾ ਕੁਝ ਹੀ ਲੈ ਲਿਆ। ਆਖੋ ਸਤਨਾਮ ਸ਼੍ਰੀ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ, ਆਪਣਾ ਸਮਾਂ ਨਜ਼ਦੀਕ ਆ ਗਿਆ। ਸਾਧ ਸੰਗਤ ਜੀ, ਇਸ ਤਰ੍ਹਾਂ ਗੁਰੂ ਸਾਹਿਬ ਨੇ ਗੁਰੂ ਕੇ ਸਿੱਖਾਂ ਦੀ ਰਾਤ ਨੂੰ ਸੇਵਾ ਕੀਤੀ ਇਸ ਚਮਕੌਰ ਦੀ ਗੜੀ 'ਚ। ਤੇ ਗੁਰੂ ਕੇ ਸਿੱਖਾਂ ਨੇ ਵੀ ਸਾਧ ਸੰਗਤ ਜੀ ਗੁਰੂ ਦੇ ਬਚਨਾਂ ਤੇ ਫੁੱਲ ਚੜਾਉਂਦਿਆਂ ਫਿਰ ਚਮਕੌਰ ਦੀ ਗੜੀ 'ਚੋਂ ਨਿਕਲ ਕੇ ਨਾ ਸਾਧ ਸੰਗਤ ਜੀ 1.25 ਲੱਖ ਦੇ ਨਾਲ ਮੁਕਾਬਲਾ ਕਰਕੇ ਅੱਜ ਵੀ ਸਾਧ ਸੰਗਤ ਜੀ ਆਪਣਾ ਨਾਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਅੰਕਿਤ ਕਰਵਾ ਲਿਆ। ਆ ਲਿਖਿਆ ਨਾ ਵੀ ਕੱਚੀ ਗੜੀ ਦੇ ਸ਼ਹੀਦ ਸਿੰਘਾਂ ਦੀ ਯਾਦ 'ਚ ਉੱਥੇ ਸਾਰੇ ਹੀ ਆ ਗਏ। ਇਹ ਉਦੋਂ ਤੋਂ ਲੈ ਕੇ ਆ ਰਹੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਹੀ ਰਹਿਣਗੇ। ਕਿਉਂ ਜੀ? ਕਿਉਂਕਿ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ, ਪਾਈਏ ਵਾਲੀ ਅਵਸਥਾ ਧਾਰਨੀ ਕਰ ਲਈ ਸੀ। ਆਪ ਗਵਾਏ ਸੇਵਾ ਕਰੀ ਤਾਂ ਕਿਛ ਪਾਏ ਮਾਨ, ਨਾਨਕ ਜਿਸਨੋਂ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ। ਜਿਹਨੂੰ ਉਹ ਆਪਣੀ ਸੇਵਾ ਚਲਾਉਂਦਾ ਹੈ ਉਹੀ ਲੱਗਦਾ ਹੈ। ਔਰ ਸਤਿਗੁਰੂ ਜੀ ਕਹਿੰਦੇ ਲੱਗਾ ਸੋ ਪ੍ਰਵਾਨ, ਜਿਹੜਾ ਲੱਗਦਾ ਹੈ ਉਹੀ ਪ੍ਰਵਾਨ ਹੁੰਦਾ ਹੈ। ਸੋ ਇਸ ਕਰਕੇ ਬੜਾ ਸੋਹਣਾ ਉਪਰਾਲਾ ਕੀਤਾ ਹੈ ਸਮੂਹ ਅਫਸਰ ਸਾਹਿਬਾਨ ਅਤੇ ਮੁਲਾਜ਼ਮ ਸੈਕਸ਼ਨ ਸ਼੍ਰੀ ਚਮਕੌਰ ਸਾਹਿਬ ਵੱਲੋਂ, ਸਾਰੇ ਸਟਾਫ ਵੱਲੋਂ ਇਹ ਸਾਲਾਨਾ ਜੋ ਸਰਬ ਸਾਂਝਾ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਇਆ ਇਸ ਜਗ੍ਹਾ ਦੇ ਉੱਤੇ। ਇਹ ਵੀ ਜਗ੍ਹਾ ਭਾਗਾਂ ਵਾਲੀ ਹੈ। ਕੀ ਪਤਾ ਕਿਹੜੇ ਸਿੰਘ ਦੇ ਇੱਥੇ ਚਰਨ ਪਏ ਹੋਣ। ਜੇ ਆਪਾਂ ਕਹੀਏ ਨਾ ਵੀ ਚਮਕੌਰ ਸਾਹਿਬ ਦੀ ਗੜੀ ਦੇ ਨੇੜੇ ਜਾਂ ਕਤਲਗੜ੍ਹ ਸਾਹਿਬ ਦੇ ਨੇੜੇ ਤੇੜੀ ਜੰਗ ਹੋਈ ਹੈ, ਸਾਡੀ ਸਾਧ ਸੰਗਤ ਜੀ ਇਹ ਗਲਤਫਹਿਮੀ ਹੈ। 40 ਸਿੰਘਾਂ ਨੇ 10 ਲੱਖ ਨਾਲ ਮੁਕਾਬਲਾ ਕਰਨਾ, ਪਤਾ ਨਹੀਂ ਕਿੱਥੇ ਕਿੱਥੇ ਗਏ ਹੋਣਗੇ, ਪਤਾ ਨਹੀਂ ਕਿੱਥੇ ਕਿੱਥੇ ਗਏ ਹੋਣਗੇ ਸਿੰਘ ਲੜਦੇ ਜੂਝਦੇ। ਕੀ ਪਤਾ ਇਸ ਜਗ੍ਹਾ 'ਚ ਵੀ ਚਰਨ ਪਏ ਹੋਣ ਕਿਸੇ ਸਿੰਘ ਦੇ, ਗੁਰੂ ਕੇ ਲਾਲ ਦੇ, ਤਾਂ ਹੀ ਇੱਥੇ ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ। ਸੋ ਬੜਾ ਸੋਹਣਾ ਪ੍ਰਬੰਧ ਕੀਤਾ ਹੈ, ਉਹਨਾਂ ਸ਼ਹੀਦਾਂ ਸਿੰਘਾਂ ਨੂੰ ਯਾਦ ਕੀਤਾ ਹੈ। ਸੋ ਇਹ ਇੱਕ ਆਪਣਾ ਦਸਵੰਧ ਕੱਢਣਾ ਹੀ ਸਮਝ ਲਓ, ਇਹ ਦਸਵੰਧ ਕੱਢਿਆ ਹੈ ਜੋ ਸਿੱਖ ਨੂੰ ਗੁਰੂ ਕਲਗੀਧਰ ਮਹਾਰਾਜ ਜੀ ਨੇ ਵੀ, ਸਾਰੇ ਗੁਰੂ ਸਾਹਿਬਾਨਾਂ ਨੇ ਵੀ ਇਹ ਤਾਕੀਦ ਕੀਤੀ ਹੈ, ਭਾਈ ਗੁਰਸਿੱਖਾ ਤੂੰ ਆਪਣੀ ਕਮਾਈ ਦਾ ਦਸਵੰਧ ਕੱਢ। ਤੇ ਉਹ ਕਮਾਈ ਦਾ ਦਸਵੰਧ, ਕਿਉਂਕਿ ਬਿਨਾਂ ਮਾਇਆ ਤੋਂ ਇਹ ਕਾਰਜ ਨਹੀਂ ਹੁੰਦੇ, ਸਾਰੇ ਕਾਰਜ ਮਾਇਆ ਨਾਲ ਹੀ ਹੋਣ ਵਾਲੇ ਹੈ। ਸੋ ਸਾਰੇ ਸਟਾਫ ਨੇ ਇਹ ਤਿਲ ਫੁੱਲ ਇਕੱਠਾ ਕਰਕੇ ਸਾਡੇ ਸਾਰਿਆਂ ਵਾਸਤੇ ਇਹ ਸਾਰਾ ਸਮਾਗਮ ਰੱਖਿਆ। ਆਪਾਂ ਸਾਰਿਆਂ ਨੇ ਲਾਹਾ ਲਿਆ। ਆਓ ਜਿੱਥੇ ਆਪਾਂ ਆਪਣੀ ਕਮਾਈ ਦਾ ਦਸਵੰਧ ਕੱਢਦੇ ਆ, ਉੱਥੇ ਸਾਧ ਸੰਗਤ ਜੀ ਆਪਣੇ ਸਵਾਸਾਂ ਦਾ ਵੀ ਦਸਵੰਧ ਕੱਢੀਏ। ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦੁਆਰਾ, ਗੁਰੂ ਸਾਹਿਬ ਦੀ ਬਖਸ਼ਿਸ਼ ਦੁਆਰਾ 24,000 ਸਵਾਸ ਸਾਨੂੰ ਰੋਜ਼ ਆਉਂਦੇ ਨੇ, ਲਗਭਗ ਤਕਰੀਬਨ 24 ਘੰਟਿਆਂ 'ਚ। ਆਓ ਆਪਣੇ ਸਵਾਸਾਂ ਦਾ ਵੀ ਦਸਵੰਧ ਕੱਢੀਏ, ਵੱਧ ਤੋਂ ਵੱਧ ਬਾਣੀ ਨਾਲ ਜੁੜੀਏ, ਨਿਤਨੇਮ ਨਾਲ ਜੁੜੀਏ, ਗੁਰੂ ਦੇ ਉਪਦੇਸ਼ ਨਾਲ ਜੁੜੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਸਾਡੇ ਜੀਵਨ ਨੂੰ ਚਾਰ ਚੰਨ ਲਾਵੇਗਾ, ਜਿਹਦੇ ਵਿੱਚ ਅਸੀਂ ਬੁਰਾਈਆਂ ਤੋਂ ਹਟ ਕੇ ਚੰਗਿਆਈਆਂ ਵਾਲੇ ਪਾਸੇ ਲੱਗਾਂਗੇ। ਆਓ ਦਰ ਦਰ ਤੋਂ ਖਹਿੜਾ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਨਾਲ ਜੁੜ ਕੇ ਆਪਣੇ ਜੀਵਨ ਨੂੰ ਚਾਰ ਚੰਨ ਲਾਈਏ, ਤਾਂ ਗੁਰੂ ਦੀ ਖੁਸ਼ੀ ਦੇ ਅਸੀਂ ਪਾਤਰ ਬਣ ਸਕਦੇ ਹਾਂ। ਸੋ ਸਾਰੀਆਂ ਸੰਗਤਾਂ ਦਾ ਸਮੂਹ ਜਿੰਨੇ ਵੀ ਸਟਾਫ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਆਪ ਜਿਨ੍ਹਾਂ ਦੇ ਸੱਦੇ ਤੇ ਸਾਰੇ ਪਹੁੰਚੇ ਹੋ ਗੁਰੂ ਕੀਆਂ ਸੰਗਤਾਂ, ਸਭ ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਹੈ। ਸਾਹਿਬ ਜੀ ਨੇ ਆਪਣੇ ਮੁਬਾਰਕ ਚਰਨਾਂ 'ਚ ਬਿਠਾ ਕੇ ਸਾਨੂੰ ਲਾਹਾ ਪ੍ਰਾਪਤ ਕਰਨ ਦਾ ਸੁਭਾਗ ਬਖਸ਼ਿਆ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ। ਵਿਚਾਰਾਂ ਕਰਦੇ ਆ ਬਹੁਤਾਤ ਭੁੱਲਾਂ ਦਾਸ ਪਾਸੋਂ ਹੋ ਗਈਆਂ ਨੇ, ਆਪ ਸਾਰੀ ਸੰਗਤ ਬਖਸ਼ਣਯੋਗ ਹਨ।
ਜੋ ਗੁਰਬਾਣੀ ਦੇ ਇਤਿਹਾਸ ਦੇ ਵਚਨ ਆਪ ਜੀ ਨੂੰ ਚੰਗੇ ਲੱਗੇ ਆਪਣੇ ਮਨਾਂ 'ਚ ਵਸਾਉਣ ਦਾ ਯਤਨ ਕਰੀਏ। ਦਾਸ ਦੀਆਂ ਭੁੱਲਾਂ ਦਾਸ ਦੀ ਝੋਲੀ 'ਚ ਪਾਇਓ। ਸੋ ਆਓ ਹੁਣ ਸਮਾਪਤੀ ਦਾ ਸਮਾਂ ਹੈ। ਆਨੰਦ ਸਾਹਿਬ ਦੀਆਂ 6 ਪੌੜੀਆਂ ਆਪਾਂ ਪੜ੍ਹਨੀਆਂ ਤੇ ਨਾਲ ਦੀ ਨਾਲ ਫਿਰ ਸਮਾਪਤੀ ਦੀ ਅਰਦਾਸ ਹੋਵੇਗੀ। ਜਿਨ੍ਹਾਂ ਨੂੰ 6 ਪੌੜੀਆਂ ਆਨੰਦ ਸਾਹਿਬ ਜੀ ਦੀਆਂ ਯਾਦ ਨੇ ਉਹ ਨਾਲ ਜਪਣ ਦੀ ਵੀ ਕਿਰਪਾਲਤਾ ਕਰਿਓ, ਕਿਉਂਕਿ ਗੁਰੂ ਸਾਹਿਬ ਜੀ ਦਾ ਬਚਨ ਹੈ, ਸਾਰ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ। ਉਹ ਰਸਨਾ ਧਨ ਹੈ ਭਾਈ, ਗੁਣ ਗਾਵੇ ਹਰ ਪ੍ਰਭ। ਹਾਂਜੀ ਗੁਰਾਂ ਨੂੰ ਮਨਾ ਲਈਏ, ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲਈਏ, ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲਈਏ, ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲਈਏ, ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲਈਏ ਜੀ, ਤਨ ਮਨ ਗੱਜ ਕੇ ਗੁਰਾਂ ਨੂੰ ਮਨਾ ਲਈਏ ਜੀ, ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲਈਏ ਜੀ, ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲਈਏ, ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲਈਏ ਜੀ, ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲਈਏ ਜੀ, ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲਈਏ ਜੀ, ਤਨ ਮਨ ਧਨ ਦੇ ਕੇ 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 ਗੁਰਾਂ ਨੂੰ ਮਨਾ ਲਈਏ ਜੀ, ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲਈਏ, ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲਈਏ ਜੀ, ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲਈਏ ਜੀ, ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲਈਏ ਜੀ, ਤਨ ਮਨ ਧਨ ਦੇ ਕੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਸਿੱਖੋ ਸ਼ਬਦ ਪਿਆਰੇ ਹੋ ਜਨਮ ਵਰਨ ਕੀਟੇ, ਮੁਖੀ ਉਜਲ ਸਦਾ ਸੁਖੀ ਨਾਨਕ ਸਿਮਰਤੇ ਕਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ। ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸਬਦੋ ਤਗਾ ਬੋਰੀ ਕੇਰਾ ਮਨ ਜੀਵ ਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰਿ ਨਾਲੇ, ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰੋ ਹਰਿ ਨਾਲੇ, ਸਾਚੇ ਸਾਹਿਬਾ ਜਾ ਨਹੀਂ ਕਰਦੇ ਰਹਿ। ਹਰਤਾ ਤੇਰਾ ਸਭ ਕਿਛ ਹੈ, ਜਿਸ ਦੇ ਤੂੰ ਪਾਵੇ।
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ। ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ। ਸੁਖਾਂ ਸਭ ਪਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਤਾ ਕੁਰਬਾਨ ਕੀਤਾ ਗੁਰ ਵੇਟੋਂ ਜਿਸ ਦੀਆਂ ਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ। ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਨਿਤ ਘਰ ਸੁਭਾਗੈ। ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ। ਤੁਧ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਸੈ ਸੁਖ ਹੋਆ ਸਤਿਕਾਰ ਅਨਹਦ ਵਾਜੇ। ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੈ ਸਗਲ ਵਿਦੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰ ਤੇ ਪੂਰੇ ਗੁਰ ਤੇ ਜਾਣੇ। ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਭੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਤਲੋ। ਪਵਣੀ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਇਵ ਸਰਾਸ ਦੋਇ ਦਾਈ ਲਾਇਆ ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਜ਼ੂਰੇ। ਘਰ ਪੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖਿਓ ਚੱਲੇ ਖੇਤੀ ਛੁੱਟੀ ਨਾਲ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।